गुरु सवारी साध संगत जी, आओ फतेह नाल सांझ पाओ जी। वाहिगुरु जी का खालसा, वाहिगुरु जी की फतेह। सो ਆਪਾਂ ਗੱਲ ਕਰਨੀ ਆ ਜੋ ਅੱਜ ਇੱਕ ਬੜਾ ਹੀ ਚਰਚਾ ਦਾ ਵਿਸ਼ਾ ਪੰਜਾਬ ਦੇ ਅੰਦਰ ਬਣਿਆ ਹੋਇਆ ਹੈ, ਰਣਜੀਤ ਬਾਵੇ ਦਾ ਗਾਇਆ ਹੋਇਆ ਗੀਤ ਮੇਰਾ ਕੀ ਕਸੂਰ ਹੈ। ਸੋ ਇਸ ਗਾਣੇ ਨੂੰ ਜਦੋਂ ਆਪਾਂ ਧਿਆਨ ਨਾਲ ਸੁਣਦੇ ਹਾਂ, ਵੇਖਦੇ ਹਾਂ ਔਰ ਇਸ ਤੇ ਉੱਠੇ ਬਵਾਲ ਦੀ ਗੱਲ ਕਰੀਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਜੋ ਇਸ ਗਾਣੇ ਦੇ ਰਾਈਟਰ ਨੇ ਸਰਦਾਰ ਵੀਰ ਸਿੰਘ ਜੀ, ਮੈਂ ਉਹਨਾਂ ਨੂੰ ਬੜਾ ਨੇੜਿਓਂ ਵੇਖਿਆ, ਉਹਨਾਂ ਨੂੰ ਨੇੜਿਓਂ ਜਾਣਦਾ। ਉਹਨਾਂ ਦਾ ਜੀਵਨ ਉਹ ਬੜੇ ਹੀ ਇੱਕ ਖੂਬਸੂਰਤ ਸੋਚ ਦੇ ਮਾਲਕ, ਅੰਮ੍ਰਿਤਧਾਰੀ, ਨਿਤਨੇਮੀ, ਜੇ ਮੈਂ ਕਹਿ ਲਾਂ ਗੁਰਸਿੱਖੀ ਵਾਲਾ ਉਹਨਾਂ ਦਾ ਜੀਵਨ ਹੈ। ਬੇਸ਼ੱਕ ਉਹ ਇਸ ਲਾਈਨ ਵਿੱਚ ਨੇ ਔਰ ਇੱਕ ਉਹ ਵੀ ਅਲੱਗ ਪਹਿਚਾਣ ਉਹਨਾਂ ਨੇ ਸਾਡੇ ਨੌਜਵਾਨਾਂ ਲਈ ਇੱਕ ਮੀਲ ਪੱਥਰ ਸਾਬਤ ਕੀਤਾ ਕਿ ਸਾਬਤ ਸੂਰਤ ਦਾੜੀ ਕੇਸ ਦੇ ਨਾਲ ਇੱਕ ਅੰਮ੍ਰਿਤਧਾਰੀ ਨੌਜਵਾਨ ਵੀ ਜਿਹੜਾ ਉਹ ਇਸ ਫੀਲਡ ਵਿੱਚ ਅੱਗੇ ਆ ਸਕਦਾ ਔਰ ਇੱਕ ਵੱਖਰਾ ਕਰਨ ਦਾ ਯਤਨ ਜਿਹੜਾ ਉਹਨਾਂ ਨੇ ਕੀਤਾ ਔਰ ਕਰਕੇ ਵੀ ਵਿਖਾਇਆ। ਇਸ ਖੇਤਰ ਦੇ ਵਿੱਚ ਦਾਸ ਨੇ ਉਹਨਾਂ ਦੀ ਇੱਕ ਇੰਟਰਵਿਊ ਵੀ ਕੀਤੀ ਸੀ ਅੱਜ ਤੋਂ ਕੋਈ 3 ਸਾਲ ਪਹਿਲਾਂ, YouTube ਤੇ ਆਪ ਜੀ ਦੇਖ ਵੀ ਸਕਦੇ ਹੋ। ਸੋ ਉਹ ਮੇਰੇ ਕਹਿਣ ਤੋਂ ਮੁਰਾਦ ਹੈ ਕਿ ਉਹ ਇਨਸਾਨ ਸਰਦਾਰ ਵੀਰ ਸਿੰਘ ਗੁਰਬਾਣੀ, ਸਿੱਖ ਸਿਧਾਂਤ, ਸਿੱਖ ਰਹਿਤ ਮਰਜ਼ਾਦਾ ਦਾ ਚੰਗੀ ਤਰ੍ਹਾਂ ਵਾਕਫ ਹੈ, ਗੁਰਬਾਣੀ ਦੇ ਸਿਧਾਂਤ ਦਾ ਵਾਕਫ ਹੈ ਔਰ ਉਹ ਜਾਣਦਾ ਹੈ ਕਿ ਗੁਰਮਤਿ ਰਹਿਤ ਮਰਜ਼ਾਦਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਕੀ ਨੇ। ਇਹ ਅੱਜ ਦੀ ਗੱਲ ਨਹੀਂ ਹੈ। ਜਦੋਂ ਇਹਨਾਂ ਮਸਲਿਆਂ ਤੇ ਜਦੋਂ ਵੀ ਕੋਈ ਗੱਲ ਆਪਾਂ ਕਰਦੇ ਹਾਂ ਤਾਂ ਬਵਾਲ ਪੈਦਾ ਹੋਣਾ, ਖੜਾ ਹੋਣਾ, ਕਿਉਂਕਿ ਉਹਨਾਂ ਨੇ ਆਪਣੇ ਗਾਣੇ ਦੇ ਆਰੰਭਤਾ ਵਿੱਚ ਹੀ ਲਿਖਿਆ ਕਿ ਜੇ ਸੱਚ ਬਹੁਤਾ ਬੋਲਿਆ ਤਾਂ ਮੱਚ ਜਾਣਾ ਯੋਧਿਆ। ਕਿਉਂਕਿ ਇਹ ਸੁਭਾਵਿਕ ਗੱਲ ਹੈ, ਇਹ ਕੋਈ ਬਹੁਤ ਅਨਹੋਣੀ ਗੱਲ ਨਹੀਂ ਹੈ, ਕਿਉਂਕਿ ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ। ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਸੱਚ ਬੋਲਿਆ। ਜਦੋਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਤਿੱਥੈ ਨੀਚ ਸੰਭਾਲੀਆਂ ਜਿੱਥੇ ਨਦਰ ਤੇਰੀ ਬਖਸ਼ੀਸ਼। ਸੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਅਖੌਤੀ, ਗੁਰੂ ਸਾਹਿਬ ਨੇ ਕਿਸੇ ਨੂੰ ਨੀਚ ਨਹੀਂ ਕਿਹਾ, ਪਰ ਅਖੌਤੀ ਜਿਹੜੇ ਉਸ ਵੇਲੇ ਦੇ ਮਨੂਵਾਦੀ ਸੋਚ ਦੇ ਧਾਰਨੀ ਲੋਕਾਂ ਦੀ ਜਿਹੜੀ ਸ਼੍ਰੇਣੀ ਵੰਡ ਸੀ, ਜੋ ਉਸ ਵੇਲੇ ਜੋ ਸ਼ੂਦਰਾਂ ਨਾਲ ਜਾਂ ਵੈਸ਼ਾਂ ਨਾਲ ਜੋ ਵਿਹਾਰ ਕੀਤਾ ਜਾਂਦਾ ਸੀ, ਗੁਰੂ ਸਾਹਿਬਾਨ ਨੇ ਉਹ ਪ੍ਰਵਾਨ ਨਹੀਂ ਕੀਤਾ ਤੇ ਉਹਨਾਂ ਦੇ ਹੱਕ ਵਿੱਚ ਡਟ ਕੇ ਖਲੋਏ। ਤੇ ਇਸੇ ਵਾਸਤੇ ਜਦੋਂ ਖਾਲਸਾ ਸਾਜਿਆ ਤੇ ਸਾਰਿਆਂ ਨੂੰ ਇੱਕੋ ਜਗ੍ਹਾ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ ਆ। ਉਸ ਦੇ ਨਾਲ ਨਾਲ ਜਦੋਂ ਆਪਾਂ ਗੁਰਬਾਣੀ ਦੇ ਅੰਦਰ ਦੇਖਦੇ ਹਾਂ, ਸਿਰਫ ਗੁਰੂ ਸਾਹਿਬਾਨ ਹੀ ਨਹੀਂ, ਭਗਤ ਸਾਹਿਬਾਨ ਦੀ ਬਾਣੀ, ਆਪਾਂ ਜੇ ਕਬੀਰ ਸਾਹਿਬ ਦੀ ਗੱਲ ਕਰ ਲਈਏ ਤਾਂ ਕਬੀਰ ਸਾਹਿਬ ਨੇ ਪੱਥਰ ਦੀ ਪੂਜਾ ਦੇ ਵਿਰੁੱਧ ਸਪਸ਼ਟ ਬਿਆਨ ਕੀਤਾ ਗੁਰਬਾਣੀ ਦੇ ਅੰਦਰ। ਪਾਤੀ ਤੋਰੇ ਮਲ ਨਹੀਂ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ, ਸੋ ਪਾਹਨ ਨਰ ਜੀਓ, ਭੂਲੀ ਮਾਲ ਨਹੀਂ ਹੈ, ਇਹੋ ਸਤਿਗੁਰ ਜਾਗਤਾ ਹੈ ਦੇਵ। ਤੇ ਉਹਦੇ ਅੱਗੇ ਕਿਧਰੇ ਵੀ ਜੇ ਪੱਥਰ ਸੱਚਾ ਜੋ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ, ਹੈ ਨਾ, ਪਖਾਨ ਗਾੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਜੋ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਸੋ ਇਹ ਕਬੀਰ ਸਾਹਿਬ ਨੇ ਇਹ ਗੱਲ ਤਾਂ ਕਹਿਤੀ ਸੀ ਕਿ ਪੱਥਰ ਦੀ ਪੂਜਾ ਜਿਹੜੀ ਉਹਦਾ ਕੋਈ ਲਾਹਾ ਨਹੀਂ ਆ, ਜੇ ਉਹ ਸੱਚੀ ਹੈ ਨਹੀਂ। ਤੇ ਜਦੋਂ ਉਹ ਪੱਥਰ ਬੁੱਤ ਘਾੜਾ ਉਸ ਮੂਰਤ ਨੂੰ ਘੜਦਾ ਤੇ ਉਹ ਇੱਕ ਪੈਰ ਉਹਦੀ ਛਾਤੀ ਤੇ ਉਹਨੇ ਰੱਖਿਆ ਹੁੰਦਾ, ਤੇ ਜੇ ਮੂਰਤ ਸੱਚੀ ਹੈ ਤੇ ਉਹਨੂੰ ਕਿਉਂ ਨਹੀਂ ਖਾਧਾ ਇਹਨੇ। ਸੋ ਇਸ ਵਾਸਤੇ ਇਹ ਨਿਰਵਿਘਨ ਮੈਂ ਸਮਝਦਾ ਇਹ ਵਿਅਰਥ ਦੀਆਂ ਗੱਲਾਂ ਨੇ। ਇਹ ਅੱਜ ਦੇ ਸਮੇਂ ਵਿੱਚ ਇਹ ਜਿਹੜੇ ਲੋਕ ਅਜਿਹੇ ਗਾਣਿਆਂ ਦਾ ਵਿਰੋਧ ਕਰਦੇ ਨੇ, ਪਰਚੇ ਕਰਾਉਂਦੇ ਨੇ, ਇਹਨਾਂ ਨੂੰ ਥੋੜਾ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਕਿ ਦੁਨੀਆ ਕਿੱਥੇ ਪਹੁੰਚ ਗਈ ਹੈ। ਅਸੀਂ ਅਜੇ ਉੱਥੇ ਦੇ ਉੱਥੇ ਖੜੇ ਹਾਂ, ਅਸੀਂ ਅਜੇ ਪੱਥਰਾਂ ਨੂੰ ਦੁੱਧ ਪਿਆਈ ਜਾਂਦੇ ਹਾਂ। ਗੱਲ ਸਰਦਾਰ ਵੀਰ ਸਿੰਘ ਹੋਰਾਂ ਨੇ ਜੇ ਕਹੀ ਹੈ ਤੇ ਉਹਨਾਂ ਇਹ ਨਹੀਂ ਕਿਹਾ ਵੀ ਤੁਹਾਨੂੰ ਠੀਕ ਆ, ਤੁਹਾਨੂੰ ਗਊ ਦਾ ਮੂਤ ਸ਼ੁੱਧ ਆ, ਤੁਸੀਂ ਪੀਓ, ਲੱਖ ਵਾਰੀ ਪੀਓ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਇਤਰਾਜ਼ ਤਾਂ ਇਸ ਗੱਲ ਦਾ ਕਿ ਤੁਹਾਡੇ ਲਾਗੇ ਗਰੀਬ ਆ, ਇੱਕ ਜਿਹਨੂੰ ਖੌਦੀ ਤੁਸੀਂ ਨੀਚ ਕਹਿ ਕੇ ਪਰਾਂ ਤੱਕਦੇ ਹੋ, ਤੇ ਇੱਕ ਪਸ਼ੂ ਆ ਜਿਹੜਾ ਜਾਨਵਰ ਆ ਨਾ, ਹੈ ਤੇ ਗਊ, ਉਹਨੂੰ ਤੁਸੀਂ ਆਪਣੀ ਮਾਂ ਸਮਝਦੇ ਹੋ, ਉਹਨੂੰ ਆਪਣੀ ਮਾਤਾ ਕਹਿ ਰਹੇ ਹੋ, ਉਹਦੀ ਤੁਸੀਂ ਇੰਨਾ ਦਰਜਾ ਉਹਨੂੰ ਉੱਚਾ ਦਿੰਦੇ ਹੋ, ਉਹਦਾ ਮੂਤ ਪੀਣ ਨੂੰ ਤਿਆਰ ਹੋ। ਫਿਰ ਇੱਕ ਜਿਹੜਾ ਇਨਸਾਨ ਆ ਉਹਨੂੰ ਤੁਸੀਂ ਕਹਿੰਦੇ ਟੱਚ ਵੀ ਕਰ ਲਿਆ ਅਸੀਂ ਤੇ ਅਸੀਂ ਪਿੱਟੇ ਜਾਵਾਂਗੇ, ਅਸੀਂ ਅਛੂਤ ਹੋ ਜਾਵਾਂਗੇ, ਅਸੀਂ ਅਸ਼ੁੱਧ ਹੋ ਜਾਵਾਂਗੇ।
ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਜਦੋਂ ਗੱਲ ਚੋਟ ਕੀਤੀ ਹੈ ਤਾਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕੀਤਾ, ਉਹਦੇ ਵਿੱਚ ਉਹਨਾਂ ਜਨੇਊ ਦੀ ਗੱਲ ਕੀਤੀ ਆ, ਗਾਤਰੇ ਕਿਰਪਾਨ ਦੀ ਗੱਲ ਕੀਤੀ ਆ, ਔਰ ਈਸਾਈ ਦੇ ਕ੍ਰਾਸ ਦੀ ਗੱਲ ਕੀਤੀ ਹੈ। ਅਸੀਂ ਸਾਨੂੰ ਜੇ ਮੈਂ ਕਹਿ ਲਵਾਂ ਕਿ ਸਾਡੇ ਧਰਮ ਵਿੱਚ ਵੀ ਬਹੁਤ ਸਾਰੇ ਕਰਮਕਾਂਡ, ਪਖੰਡਵਾਦ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀ, ਅੱਜ ਫਿਰ ਉਹਨਾਂ ਨੇ ਜਾਤਾਂ ਪਾਤਾਂ ਦੇ ਨਾਂ ਤੇ ਗੁਰੂ ਘਰ ਬਣਾਉਣ ਦੀ ਵੀ ਗੱਲ ਕੀਤੀ ਹੈ। ਤੇ ਸਾਨੂੰ ਇਸ ਗੱਲ ਨੂੰ ਸਵੀਕਾਰਨਾ ਚਾਹੀਦਾ ਹੈ ਤੇ ਅਸੀਂ ਇਸ ਗੱਲ ਨੂੰ ਸਵੀਕਾਰਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਧਰਮ ਵਿੱਚ ਇਹ ਕਰਮਕਾਂਡ ਹੈ। ਪਰ ਇਹ ਜਿਹੜੇ ਮਨੂਵਾਦੀ ਸੋਚ ਦੇ ਧਾਰਨੀ ਲੋਕ ਇਹ ਕਿਉਂ ਨਹੀਂ ਇਸ ਸੱਚਾਈ ਤੋਂ ਮੂੰਹ ਮੋੜਦੇ ਨੇ ਤੇ ਉਲਟਾ ਸੱਚ ਬੋਲਣ ਵਾਲਿਆਂ ਤੇ ਅਖੌਤੀ ਜਿਹੜੇ ਇਹ ਲੋਕ ਪਰਚਾ ਕਰਾਉਣ ਦੇ ਗੱਲਾਂ ਕਰਦੇ ਨੇ? ਕਿਉਂਕਿ ਉਸ ਦਾ ਕਾਰਨ ਕੀ ਹੈ ਕਿ ਸਾਨੂੰ ਹਮੇਸ਼ਾ ਹੀ ਉਹ ਗੁਲਾਮੀ ਦਾ ਅਹਿਸਾਸ ਕਰਾਉਂਦੇ ਨੇ ਕਿ ਅਸੀਂ ਇਸ ਦੇਸ਼ ਦੇ ਮਾਲਕ ਹਾਂ, ਸਾਡਾ ਮੁਲਕ ਹੈ ਔਰ ਤੁਸੀਂ ਇਸ ਦੇਸ਼ ਦੇ ਗੁਲਾਮ ਹੋ। ਸਾਨੂੰ ਇਸ ਮਨੂਵਾਦੀ ਸੋਚ ਨੂੰ ਸਮਝਣਾ ਪਵੇਗਾ, ਉਹਨਾਂ ਦੀ ਇਸ ਸਮਝ ਨੂੰ, ਉਹਨਾਂ ਦੀ ਇਸ ਸੋਚ ਨੂੰ ਸਮਝਣਾ ਪਵੇਗਾ। ਇੱਕ ਪਾਸੇ ਤਾਂ ਕਹਿੰਦੇ ਨੇ ਕਿ 9 ਮਾਸ ਦਾ ਰਿਸ਼ਤਾ ਸਾਡਾ ਹੈ ਨਾ, ਅਸੀਂ ਭਾਈ ਭਾਈ ਹਾਂ। ਦੂਸਰੇ ਪਾਸੇ ਜਦੋਂ ਕੋਈ ਸੱਚ ਬੋਲਣ ਦੀ ਗੱਲ ਆਉਂਦੀ ਆ ਉਦੋਂ ਕਹਿੰਦੇ ਕਿ ਨਹੀਂ, ਅਸੀਂ ਤੁਹਾਡੇ ਤੇ ਪਰਚਾ ਕਰਾਂਗੇ ਕਿਉਂਕਿ ਇਹ ਮੁਲਕ ਸਾਡਾ ਹੈ, ਇਹ ਦੇਸ਼ ਸਾਡਾ ਹੈ, ਅਸੀਂ ਇਸ ਦੇਸ਼ ਦੇ ਮਾਲਕ ਹਾਂ, ਤੁਸੀਂ ਇਸ ਦੇਸ਼ ਦੇ। ਸੋ ਸਾਨੂੰ ਦੂਸਰੇ ਨੰਬਰ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਹਮੇਸ਼ਾ। ਸੋ ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ, ਸਾਨੂੰ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਹੋ ਰਿਹਾ, ਕੀ ਕੀਤਾ ਜਾ ਰਿਹਾ ਔਰ ਕਿਹੋ ਜਿਹੀ ਸੋਚ ਜਿਹੜੀ ਆ ਉਹ ਸਾਡੇ ਇਸ ਮੁਲਕ ਵਿੱਚ, ਸਾਡੀ ਇਸ ਸਟੇਟ ਵਿੱਚ ਜਿੱਥੇ ਅਸੀਂ ਬਹੁ ਗਿਣਤੀ ਵਿੱਚ ਹਾਂ ਤੇ ਉੱਥੇ ਅਜਿਹੀਆਂ ਕਾਰਵਾਈਆਂ ਔਰ ਸਾਡੀ ਸਟੇਟ ਵੀ ਜਿਹੜੀ ਆ ਉਹ ਅਜਿਹੇ ਲੋਕਾਂ ਦੇ ਹੱਕ ਵਿੱਚ ਆਉਂਦੀ ਹੈ। ਸੋ ਅੱਜ ਵੀ ਜੇਕਰ 20ਵੀਂ ਸਦੀ ਵਿੱਚ ਵੀ ਕਿਸੇ ਨੇ ਕਰਮਕਾਂਡ ਦੀ, ਛੂਤ ਛਾਤ ਦੀ, ਜਾਤ ਪਾਤ ਦੀ ਗੱਲ ਕਰਨੀ ਹੈ ਤਾਂ ਉਹ ਪਹਿਲਾਂ ਇਹਨਾਂ ਕੋਲ ਲਾਇਸੈਂਸ ਲੈਣਾ ਪਵੇਗਾ। ਤੁਹਾਨੂੰ ਬਹੁ ਗਿਣਤੀ ਕੋਲੋਂ ਲਾਇਸੈਂਸ ਲੈਣਾ ਪਵੇਗਾ, ਤੁਹਾਨੂੰ ਇਹਨਾਂ ਕੋਲੋਂ ਇਜਾਜ਼ਤ ਲੈਣੀ ਪਵੇਗੀ ਕਿ ਅਸੀਂ ਕੀ ਲਿਖਣਾ ਔਰ ਕੀ ਨਹੀਂ ਲਿਖਣਾ। ਸੋ ਅਸੀਂ ਬਹੁਤ ਸਾਰੇ ਵੀਰਾਂ ਨਾਲ ਗੱਲ ਹੋਈ ਆ, ਸਾਡੀ ਪੂਰੀ ਜਿਹੜੀ ਅਸੀਂ ਸਪੋਰਟ ਹੈ ਉਹ ਸਰਦਾਰ ਵੀਰ ਸਿੰਘ ਹੋਣਾ ਨਾਲ ਹੈ। ਵੀਰ ਸਿੰਘ ਜਿਹੜੇ ਇਸ ਗੀਤ ਦੇ ਰਾਈਟਰ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਹਰ ਤਰ੍ਹਾਂ ਦੀ ਉਹਨਾਂ ਨੂੰ ਸਪੋਰਟ ਕਰਦੇ ਹਾਂ। ਔਰ ਸਿਰਫ ਸਪੋਰਟ ਹੀ ਨਹੀਂ, ਜਿੱਥੇ ਵੀ ਕਿਸੇ ਕਿਸਮ ਦੀ ਕੋਈ ਲੋੜ ਪਵੇਗੀ ਅਸੀਂ ਉਹਨਾਂ ਦੇ ਨਾਲ ਹਾਂ। ਬਹੁਤ ਸਾਰੇ ਵੀਰਾਂ ਵੱਲੋਂ, ਦਾਸ ਇੱਥੋਂ ਦੀਆਂ ਹੋਰ ਸੰਗਤਾਂ ਵੱਲੋਂ ਇਹ ਮੈਸੇਜ ਇਸੇ ਵਾਸਤੇ ਦੇਣ ਦਾ ਯਤਨ ਕੀਤਾ ਕਿ ਅਗਰ ਉਹਨਾਂ ਤੇ ਕੋਈ ਕੋਰਟ ਕੇਸ ਕਿਸੇ ਕਿਸਮ ਦਾ ਵੀ ਕਿਸੇ ਕੋਰਟ ਵਿੱਚ ਚਲਾਇਆ ਜਾਂਦਾ, ਉਹਦੇ ਵਾਸਤੇ ਜੋ ਵੀ ਖਰਚਾ ਜੇ ਆਪਾਂ ਕਹਿ ਲਈਏ ਉਹ ਇੱਥੋਂ ਦੀਆਂ USA ਦੀਆਂ ਸੰਗਤਾਂ ਦੇਣ ਨੂੰ, ਭਰਨ ਨੂੰ ਤਿਆਰ ਨੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਸਰਦਾਰ ਵੀਰ ਸਿੰਘ ਜੀ ਨੂੰ ਕਿ ਅਗਰ ਉਹਨਾਂ ਦੇ ਖਿਲਾਫ ਕੋਈ ਇੱਥੋਂ ਦੀਆਂ ਕੇਸ, ਅਗਰ ਉਹਨਾਂ ਦੇ ਖਿਲਾਫ ਕੋਈ ਰਜਿਸਟਰ ਹੁੰਦਾ ਆ, ਉਹਦੇ ਲਈ ਉਹਨਾਂ ਨੂੰ ਵਕੀਲ ਕਰਨਾ ਪੈਂਦਾ, ਕੁਛ ਵੀ ਕਰਨਾ ਪੈਂਦਾ, ਕਿਸੇ ਕਿਸਮ ਦਾ ਵੀ ਕੋਈ ਖਰਚਾ, ਤੇ ਉਹ ਅਸੀਂ ਇੱਥੋਂ ਦੀਆਂ ਸੰਗਤਾਂ ਜਿਹੜੀਆਂ ਉਹ ਭਰਨ ਨੂੰ ਤਿਆਰ ਨੇ। ਪਰ ਕਿਸੇ ਕਿਸਮ ਦੇ ਇਸ ਵਿਪਰਵਾਦੀ ਮਨੂਵਾਦੀ ਹਕੂਮਤ ਦੇ ਅੱਗੇ, ਇਹਨਾਂ ਦੀ ਸੋਚ ਦੇ ਅੱਗੇ ਗੋਡੇ ਨਾ ਟੇਕੇ ਜਾਣ। ਕੱਲ ਨੂੰ ਇਸ ਤਰ੍ਹਾਂ ਇਹ ਹੋਰ ਜ਼ਿਆਦਾ ਤੁਹਾਨੂੰ ਦਬਾਉਣ ਦਾ ਜਿਹੜਾ ਉਹ ਯਤਨ ਕਰਨਗੇ। ਸੋ ਇਸ ਤਰ੍ਹਾਂ ਆਜ਼ਾਦ ਕਲਮ, ਆਜ਼ਾਦ ਜਿਹੜੀ ਸੋਚ ਹੈ ਉਸ ਦਾ ਪ੍ਰਗਟਾਵਾ ਅਸੀਂ ਨਹੀਂ ਕਰ ਸਕਾਂਗੇ ਜੇ ਅਸੀਂ ਇਹਨਾਂ ਲੋਕਾਂ ਦੇ ਅੱਗੇ ਝੁਕ ਜਾਵਾਂਗੇ। ਸੋ ਇੱਕ ਵਾਰ ਫਿਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਆਪਣੀ ਸੋਚ ਨੂੰ ਇਸੇ ਤਰ੍ਹਾਂ ਹੀ ਪ੍ਰਗਟਾਉਣਾ ਪਵੇਗਾ, ਪ੍ਰਗਟਾਉਂਦੇ ਰਹਿਣਾ ਚਾਹੀਦਾ। ਸੋ ਅਜਿਹੀ ਕਲਮ ਦੀ ਸਾਨੂੰ ਸਵਾਗਤ ਕਰਨਾ ਚਾਹੀਦਾ, ਅਜਿਹੀ ਸੋਚ ਨੂੰ ਸਪੋਰਟ ਕਰਨਾ ਚਾਹੀਦਾ ਜਿਹੋ ਜਿਹੀ ਸੋਚ ਸਰਦਾਰ ਵੀਰ ਸਿੰਘ ਜੀ ਦੀ ਹੈ, ਜਿਹੋ ਜਿਹੀ ਉਹਨਾਂ ਲਿਖੀ ਹੈ। ਸੋ ਸਾਡੇ ਦੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਸਾਰਿਆਂ ਨੇ ਕਰਮਕਾਂਡ, ਊਚ ਨੀਚ, ਜਾਤ ਪਾਤ, ਪੱਥਰ ਪੂਜਾ, ਪਖੰਡਵਾਦ ਤੋਂ ਸਾਨੂੰ ਬਚਾਇਆ। ਤੇ ਉਹ ਗੱਲ ਜਿਹੜੀ ਗੁਰਬਾਣੀ ਕਹਿ ਰਹੀ ਆ ਉਹੀ ਗੱਲ ਜੇ ਅੱਜ ਦੇ ਸੰਦਰਭ ਵਿੱਚ, ਅੱਜ ਦੇ ਮੀਡੀਆ ਦੇ ਯੁੱਗ ਵਿੱਚ ਜੇ ਸਰਦਾਰ ਵੀਰ ਸਿੰਘ ਦੀ ਕਲਮ ਨੇ ਤੇ ਰਣਜੀਤ ਬਾਵਾ ਦੀ ਆਵਾਜ਼ ਨੇ ਕਹਿ ਦਿੱਤੀ ਹੈ ਤੇ ਅਸੀਂ ਇੰਨੇ ਤੜਪਦੇ ਹਾਂ। ਇਹੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਹੀ ਹੈ ਨਾ, ਜੇ ਉਹ ਤੋਂ ਬਾਹਮਣੀ ਜਾਇਆ ਔਰ ਤੋਂ ਔਰ ਬਾੜ ਕਾਹੇ ਨਹੀਂ ਆਇਆ, ਹਨਾ। ਉੱਥੇ ਇਹ ਵੀ ਗੱਲ ਕਹੀ ਆ ਵੀ ਮੈਂ ਕਦੋਂ ਤੇਰੇ ਅੰਦਰ ਕਦੋਂ ਦੁੱਧ ਵਾ ਤੇ ਮੇਰੇ ਅੰਦਰ ਲਹੂ ਆ। ਉੱਥੇ ਵੀ ਤਾਂ ਊਚ ਨੀਚ, ਸ਼ੂਦਰ, ਵੈਸ਼, ਖੱਤਰੀ, ਬ੍ਰਾਹਮਣ ਦੀ ਗੱਲ ਕੀਤੀ ਗਈ ਆ ਬੜੇ ਜ਼ੋਰ ਨਾਲ। ਗੁਰੂ ਸਾਹਿਬ ਨੇ ਇਸ ਕਰਮਕਾਂਡ, ਜਾਤ ਪਾਤ ਤੇ ਕਰਮਕਾਂਡਾਂ ਦਾ ਜਿਹੜਾ ਬਖੀਆ ਉਹਦੇ ਰਿਹਾ। ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਇਸ ਵੇਲੇ ਸਰਦਾਰ ਵੀਰ ਸਿੰਘ ਹੁਣਾਂ ਦੀ ਸਪੋਰਟ ਕਰਨੀ ਚਾਹੀਦੀ, ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।